ਭਾਰਤੀ ਸਮਾਜ ਇੱਕ ਹੋਰ ਵਚਿੱਤਰਵਾਦੀ ਨਾਲ ਗ੍ਰਸਤ ਸੀ ਕਿ ਲੜਕੇ ਦੇ ਜਮਾਂਦਰੂ ਵਾਲ ਕੱਟ ਦਿੱਤੇ ਜਾਣ, ਕਿਉਂਕਿ ਇਹ ਮਾਂ ਦੇ ਪੇਟ ਵਿੱਚੋਂ ਹੋਣ ਕਾਰਨ ਅਪਵਿੱਤਰ ਸਨ। ਤਾਂ ਫਿਰ ਖਾਲੀ ਵਾਲ ਹੀ ਕਿਉਂ, ਬਾਕੀ ਸਰੀਰ ਦੇ ਅੰਗ ਕਿਉਂ ਨਹੀਂ? ਅਤੇ ਨਾਲੇ ਕੇਵਲ ਲੜਕਿਆਂ ਦੇ ਹੀ ਕਿਉਂ, ਲੜਕੀਆਂ ਦੇ ਕਿਉਂ ਨਹੀਂ? ਸੋ ਸਿੱਖ ਰਹਿਤਨਾਮਿਆਂ ਵਿੱਚ ਇਹ ਸਖਤ ਤਾਕੀਦ ਕੀਤੀ ਗਈ ਕਿ ਕੇਸ ਲੜਕੇ ਦੇ ਹੋਣ, ਉਸ ਦਾ ਬੁਰਾ ਨਾ ਮੰਨੇ ਅਤੇ ਕੇਸ ਜਨਮ ਦੇ ਹੀ ਰੱਖੇ। ਜਨਮ ਸਾਖੀ ਦੇ ਮੁਤਾਬਕ ਇੱਕ ਦਫਾ ਬਾਬਾ ਮਰਦਾਨਾ ਜੀ ਨੇ, ਜਿਹੜੀ ਤਸਵੀਰ ਆਪ ਵੇਖ ਰਹੇ ਹੋ, ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ, ਬਾਬਾ ਤੇਰਾ ਮੇਰਾ ਬਹੁਤਾ ਫਰਕ ਨਹੀਂ, ਤੂੰ ਖੁਦਾ ਦਾ ਡੂਮ, ਮੈਂ ਤੇਰਾ ਡੂਮ। 10ਵੇਂ ਪਾਤਸ਼ਾਹ ਨੇ ਵੀ ਸਿੱਖਾਂ ਨੂੰ ਮੁਖਾਤਬ ਕਰਕੇ ਫਰਮਾਇਆ ਸੀ ਕਿ ਮੇਰੇ ਅਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ। ਆਤਮ ਰਸ ਜੋ ਜਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੇ ਨਾ ਪੇਵ। ਗੁਰੂ ਨੇ ਤਾਂ ਤੈਨੂੰ ਆਪਣਾ ਰੂਪ ਸਰੂਪ ਬਖਸ਼ ਕੇ ਜਾਂ ਮੈਂ ਭੇਦ ਨਾ ਰੰਚ ਪਛਾਨੋ ਕਹਿ ਕੇ ਸਿੱਖ ਅਤੇ ਗੁਰੂ ਦਾ ਭੇਦ ਹੀ ਖਤਮ ਕਰ ਦਿੱਤਾ। ਪਰ ਤੂੰ ਇਸ ਦੁਨੀਆ ਦਾ ਇਸ ਨੂੰ ਤਿਆਗ ਬੈਠਾ ਹੈ। ਕੀ ਤੂੰ ਆਪਣੀ ਹਾਲਤ ਉਸ ਪੁੱਤਰ ਵਰਗੀ ਨਹੀਂ ਬਣਾ ਲਈ ਜਿਸ ਦਾ ਬਾਪ ਉਸ ਨੂੰ ਕਿਸੇ ਕੰਮ ਤੋਂ ਬਾਰ-ਬਾਰ ਮਨਾ ਕਰੀ ਜਾ ਰਿਹਾ ਹੈ, ਵਰਜ ਰਿਹਾ ਹੈ, ਪਰ ਉਹ ਸਿਆਣਾ ਪੁੱਤਰ ਪਿਤਾ ਦਾ ਹੁਕਮ ਮੰਨਣ ਦੀ ਬਜਾਏ ਹਰ ਵਾਰੀ ਜਵਾਬ ਦੇਈ ਜਾ ਰਿਹਾ ਹੈ, ਪਿਤਾ ਜੀ ਮੈਂ ਤੁਹਾਡੀ ਬੜੀ ਇੱਜ਼ਤ ਕਰਦਾ ਹਾਂ, ਤੁਹਾਡੇ ਜਾਣ ਤੋਂ ਬਾਅਦ ਮੈਂ ਤੁਹਾਡੀ ਬੜੀ ਸੋਹਣੀ ਫੋਟੋ ਫਰੇਮ ਕਰਵਾ ਕੇ ਹਾਰ ਪਾ ਕੇ ਘਰ ਵਿੱਚ ਲਵਾ ਦਿਆਂਗਾ। ਉਹ ਕਿਹੜੇ ਸੰਭਵ ਕਾਰਨ ਹਨ ਜਿਨ੍ਹਾਂ ਕਰਕੇ ਤੂੰ ਇਹ ਕੁਮੱਤ ਲਈ ਹੈ, ਉਸ ਬਾਰੇ ਤੇਰੇ ਨਾਲ ਵਿਚਾਰ ਸਾਂਝੇ ਕਰਨੇ ਜ਼ਰੂਰੀ ਹਨ। ਤੇਰਾ ਸਭ ਤੋਂ ਮੁੱਢਲਾ ਸਵਾਲ ਹੀ ਗਲਤ ਹੈ ਕਿ ਸਿੱਖ ਕੇਸ ਕਿਉਂ ਰੱਖਦੇ ਹਨ। ਦਰਅਸਲ ਸਿੱਖ ਕੇਸ ਨਹੀਂ ਰੱਖਦੇ, ਬਲਕਿ ਸਾਰੀ ਦੁਨੀਆ ਕੇਸ ਕਟਵਾਉਂਦੀ ਹੈ। ਬਾਹਰੋਂ ਲਿਆ ਕੇ ਰੱਖੀ ਹੋਈ ਚੀਜ਼ ਬਾਰੇ ਤਾਂ ਇਹ ਕਿਹਾ ਜਾ ਸਕਦਾ ਹੈ, ਪਰ ਜਿਹੜੀ ਚੀਜ਼ ਕੁਦਰਤ ਨੇ ਬਖਸ਼ੀ ਹੈ ਉਸ ਬਾਰੇ ਇਹ ਸਵਾਲ ਬੇਮਾਨੀ ਹੈ। ਇਹ ਤਾਂ ਪੁੱਛਿਆ ਜਾ ਸਕਦਾ ਹੈ, ਤੂੰ ਐਨਕ ਕਿਉਂ ਰੱਖੀ ਹੈ, ਦਸਤਾਰ ਕਿਉਂ ਰੱਖੀ ਹੈ, ਨੱਕ ਕਿਉਂ ਰੱਖਿਆ? ਪਰ ਇਹ ਪੁੱਛਣਾ ਮੂਰਖਤਾ ਹੈ ਕਿ ਤੂੰ ਅੱਖਾਂ ਕਿਉਂ ਰੱਖੀਆਂ ਹਨ ਜਾਂ ਸਿਰ ਕਿਉਂ ਰੱਖਿਆ। ਮੁੱਢਲੇ ਤੌਰ 'ਤੇ ਸੰਸਾਰ ਵਿੱਚ ਦੋ ਹੀ ਕੌਮਾਂ ਹਨ, ਇੱਕ ਸਿੱਖ, ਦੂਜੇ ਮੋਨੇ। ਪੁੱਛਣਾ ਤਾਂ ਤੈਨੂੰ ਬਣਦਾ ਹੈ ਕਿ ਤੂੰ ਵਾਲ ਕਿਉਂ ਕਟਾਏ ਹਨ, ਪਰ ਇਸ ਗੱਲ ਦਾ ਕੋਈ ਤਸੱਲੀ ਬਖਸ਼ ਜਵਾਬ ਤੂੰ ਸ਼ਾਇਦ ਦੇ ਨਾ ਸਕੇ। ਜਾਰਜ ਬਰਨਾਰਡ ਸ਼ਾਹ ਅੰਗਰੇਜ਼ੀ ਜ਼ਬਾਨ ਦਾ ਦਾਨਿਸ਼ਵਰ ਸੀ। ਉਹ ਲਿਖਦਾ ਹੈ ਕਿ ਮੈਂ ਇੱਕ ਦਿਨ ਆਪਣੀ ਹਜਾਮਤ ਕਰ ਰਿਹਾ ਸੀ ਤਾਂ ਇੱਕ ਛੋਟਾ ਜਿਹਾ ਬੱਚਾ ਮੇਰੇ ਕੋਲ ਆਇਆ ਅਤੇ ਪੁੱਛਣ ਲੱਗਾ, ਤੁਸੀਂ ਸ਼ੇਵ ਕਿਉਂ ਕਰਦੇ ਹੋ? ਬਰਨਾਰਡ ਸ਼ਾਹ ਕਹਿਣ ਲੱਗਾ, ਮੈਂ ਕਿਤਨੀ ਦੇਰ ਤੱਕ ਉਸ ਦੀ ਮਾਸੂਮੀਅਤ ਭਰੇ ਗੰਭੀਰ ਸਵਾਲ ਦਾ ਜਵਾਬ ਲੱਭਦਾ ਰਿਹਾ, ਪਰ ਮੈਨੂੰ ਕੋਈ ਜਵਾਬ ਨਾ ਔੜਿਆ ਅਤੇ ਅਖੀਰ ਮੈਂ ਹਜਾਮਤ ਦਾ ਉਹ ਸਾਰਾ ਸਾਮਾਨ ਚੁੱਕ ਕੇ ਖਿੜਕੀ 'ਚੋਂ ਬਾਹਰ ਸੁੱਟ ਦਿੱਤਾ। ਇਹ ਹੈ ਜਵਾਬ ਤੇਰੇ ਇਸ ਸਵਾਲ ਦਾ। ਕਿਸੇ ਵੀ ਨਸਲ, ਫਿਰਕੇ ਜਾਂ ਇਲਾਕੇ ਦੇ ਬੱਚੇ ਦੇ ਕੁਦਰਤ ਦੇ ਨਿਯਮ ਅਨੁਸਾਰ ਵਧਣ ਫੁੱਲਣ ਵਿੱਚ ਵਿਘਨ ਨਾ ਪਾਇਆ ਜਾਏ, ਉਸ ਦੇ ਸਰੀਰ, ਕੇਸਾਂ ਆਦਿ ਦੇ ਕਿਸੇ ਵੀ ਹਿੱਸੇ ਨੂੰ ਕੱਟਿਆ ਵੱਢਿਆ ਨਾ ਜਾਏ ਅਤੇ ਨਾ ਹੀ ਉਸ ਦੀਆਂ ਬਨਾਵਟੀ ਤਰੀਕੇ ਨਾਲ ਲਿੱਟਾਂ ਜਾਂ ਜਟਾਵਾਂ ਵਧਾਈਆਂ ਜਾਣ, ਤਾਂ ਉਹ ਨਰ ਸਾਬਤ ਸੂਰਤ ਕੇਸਾਧਾਰੀ ਮਨੁੱਖ ਹੀ ਹੋਵੇਗਾ। ਇਸ ਦਾ ਸਪਸ਼ਟ ਨਿਰਣਾ ਹੈ ਕਿ ਸਾਬਤ ਸੂਰਤ ਨਾ ਰਹਿਣਾ ਹੋਰ ਕੁਝ ਹੋਵੇ ਜਾਂ ਨਾ, ਪਰ ਕਾਨੂੰਨ ਕੁਦਰਤ ਦੀ ਉਲੰਘਣਾ ਜ਼ਰੂਰ ਹੈ। ਇਸੇ ਤਰ੍ਹਾਂ ਜੇਕਰ ਬੋਲੀ ਦੇ ਪੱਖੋਂ ਵੀ ਵੇਖਿਆ ਜਾਏ ਤਾਂ ਪਹਿਲਾਂ ਲਫ਼ਜ਼ ਕੇਸਾਧਾਰੀ ਸੀ ਅਤੇ ਇਸ ਵਿੱਚੋਂ ਹੀ ਲਫ਼ਜ਼ ਗੈਰ ਕੇਸਾਧਾਰੀ ਬਣਿਆ ਹੈ। ਜਿਵੇਂ ਦੀਨ ਤੋਂ ਬੇਦੀਨ, ਈਮਾਨ ਤੋਂ ਬੇਈਮਾਨ, ਗੈਰਤ ਤੋਂ ਬੇਗੈਰਤ, ਹਯਾ ਤੋਂ ਬੇਹਯਾ ਲਫ਼ਜ਼ ਬਣੇ, ਸੋ ਦੀਨ, ਈਮਾਨ, ਗੈਰਤ, ਹਯਾ, ਵਫਾ ਅਤੇ ਕੇਸਾਧਾਰੀ ਇਹ ਪਹਿਲੇ ਸਨ। ਬੇਦੀਨ, ਬੇਈਮਾਨ, ਬੇਗੈਰਤ, ਬੇਹਯਾ, ਬੇਵਫਾ ਅਤੇ ਗੈਰ ਕੇਸਾਧਾਰੀ ਬਾਅਦ ਵਿੱਚ। ਇਹ ਇੱਕ ਨਕਾਰਾਤਮਕ ਪਰਿਭਾਸ਼ਾ ਹੈ। ਸੋ ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਰੱਬੀ ਹੁਕਮ ਜਾਂ ਇੱਛਾ ਤਾਂ ਸਾਰਿਆਂ ਨੂੰ ਹੀ ਕੇਸਾਧਾਰੀ ਹੋਣ ਦੀ ਹੈ, ਪਰ ਉਸ ਕਰਤਾ ਪੁਰਖ ਦੀ ਹੁਕਮ ਅਦੂਲੀ ਕਰਨ ਵਾਲੇ ਹੀ ਗੈਰ ਕੇਸਾਧਾਰੀ ਬਣੇ। ਪਰ ਉਸ ਕਰਤਾ ਪੁਰਖ ਦੀ ਹੁਕਮ ਅਦੂਲੀ ਕਰਨ ਵਾਲੇ ਹੀ ਗੈਰ ਕੇਸਾਧਾਰੀ ਹਨ, ਪਰ ਬਾਬਾ ਨਾਨਕ ਦਾ ਤਾਂ ਮਾਰਗ ਹੀ ਹੁਕਮੀ ਮਾਰਗ ਹੈ। ਸੋ ਗੈਰ ਕੇਸਾਧਾਰੀ ਤਾਂ ਰੱਬ ਦੀ ਰਜ਼ਾ ਅਤੇ ਗੁਰੂ ਦੇ ਹੁਕਮ ਤੋਂ ਮੁਨਕਰ ਹੋਣ ਕਰਕੇ ਗੁਰੂ ਦਾ ਸਿੱਖ ਅਖਵਾ ਹੀ ਨਹੀਂ ਸਕਦਾ। ਸਰਦਾਰ ਕਪੂਰ ਸਿੰਘ ਜਿਨ੍ਹਾਂ ਦੀ ਤਸਵੀਰ ਦੇਖ ਰਹੇ ਹੋ, ਇਹਨਾਂ ਨੂੰ ਵੀ ਇੱਕ ਵਾਰ ਇਹਨਾਂ ਦਾ ਕੋਈ ਪੁਰਾਣਾ ਵਾਕਫ ਮਿਲਿਆ ਜੋ ਪਤਿਤ ਹੋ ਚੁੱਕਾ ਸੀ। ਸਰਦਾਰ ਸਾਹਿਬ ਨੇ ਪੁੱਛਿਆ, ਇਹ ਕੀ? ਤਾਂ ਉਹ ਕਹਿਣ ਲੱਗਾ, ਛੱਡੋ ਜੀ, ਇਹ ਸਭ ਪੁਰਾਣੀਆਂ ਗੱਲਾਂ ਹਨ। ਸਰਦਾਰ ਸਾਹਿਬ ਨੇ ਕਿਹਾ ਕਿ ਮੂਰਖਤਾ ਵੀ ਤਾਂ ਸਦੀਆਂ ਪੁਰਾਣੀ ਹੈ, ਇਸ ਨੂੰ ਕਿਉਂ ਨਹੀਂ ਛੱਡਦਾ?
हाँ, तेरे नाल तेरी एक गल विच वजन जरूर है कि बंदे नूं पखंड नहीं करना चाहिए, पर याद रख कि सिੱਖੀ सिक्ख्या गुर विचार नदरी कर्म लगाए पार, यानी कि गुरु के विचारां नूं मनण दा नाम ही सिੱਖੀ है। साहिब श्री गुरु नानक देव जी महाराज का फरमान है, गुरु अमरदास जी के सपुत्र मोहरी नूं भी गुरु जी ने सिख तां मन्निया जदों वो गुरु रामदास जी के चरनी लगा। गुरु रामदास जी की ये तस्वीर बाबा मोहरी जी दे गुरु रामदास जी नूं नमस्कार कर देण उपरंत गुरु अमरदास जी ने फरमाया कि अज तो तू मेरा सिख होया है। सिक्खी पद तो को मैं दिया, तुम पुनीत सिख मम भया। जेकर बाबा मोहरी अते बाबा राम राय जो कि गुरु की अपनी संतान हो के भी बिना गुरु की आग्ञा पालन कीतियां सिख नहीं अखवा सके, तां की किसी होर नूं इस तो मुआफ़ी मिल सकती है। सतगुर पुरख जे बोलिया, गुरसिखा मन लई रजाए जियो, मोहरी पुत सन्मुख होया, रामदासे पैरी पाए जियो। शेख साधी जिस दी तस्वीर इत्थे दिती जा रही है, उसने लिखिया है कि किसी बंदे की पछाण उसकी रफ्तार यानी कि तौर, गुफ्तार यानी कि गलबात अते दस्तार तो हुंदी है। मरदम रामे शनासंद अज रफ्तारो गुफ्तारो दस्तार। सिख की पछाण दे भी तीन पड़ाव हैं। उसके सिर ते सजी हुई गुरु की दस्तार, उसकी रफ्तार अते गुफ्तार यानी कि उसका बाहरला चेहरा मोहरा, उसका अमली जीवन अते उसकी गलबात। सिख नूं हर पड़ाव विचों सुरखरू होकर लंघना पैंदा है। हुण जेकर तू पहली ही स्टेज दीदारी तौर पर ही सिक्खी तो मुनकर होके भटक गया है, तो फिर जदों अरदास विच अरदासिया सिंह ये लफज बोलेगा कि सिखां नूं सिक्खी दान, केस दान, रहत दान अते सिक्खी केसा स्वासा संग निभे, तो फिर तू की करेगा? कन बंद कर लेगा? तू भी पखंड करके उत्थे खड़ा रहेगा या फिर बाहर चला जाएगा? बहाने के तौर पर यह सवाल होर पुछदा है कि केसां की रैलेवेंस, अहमीयत या प्रसंगिकता की है। रैलेवेंस एक ऐसा लफ्ज़ है जिसकी अपनी रैलेवेंस, अहमीयत वख-वख व्यक्तियों ते हालात अनुसार बदलती रहती है। बच्चे लिए जो चीज़ अहमीयत रखती है वो जवानों लिए नहीं रखती। बजुर्गों लिए तो बस उन्हों की सोटी, दंद अते ऐणक ही रैलेवेंट होकर रह जाते हैं। इसी तरह धार्मिक अते अधार्मिक धरातल ते विचर रहे व्यक्तियों की लोड़ अते अहमीयत भी वख-वख ही होवेगी। केसां की अहमीयत जो कि एक सिख लई है, उसनूं शरधावान ही समझ सकता है, नास्तिक या गुरु तो बेमुख नहीं। जिस लिए गुरु की अहमीयत, कीमत या रैलेवेंस है, उस लिए तो गुरु की इस पावन दात केसां की भी अहमीयत है। पर जिहड़ा इस सवाल पुछण दा हिया करता है, साफ जाहिर है उस लिए तो हुण गुरु की अहमीयत या रैलेवेंस भी खत्म हो चुकी है। तेरी एक दलील, तेरा हर हम ख्याल भी दिंदा है कि केसां दा हुण फायदा की है अते इन्हां दी की लोड़ है। बिल्कुल यही सवाल किसी विद्यार्थी ने मास्टर तारा सिंह जी नूं भी पुछिया सी कि कड़ा पाउण दा की फायदा है। मास्टर जी ने जवाब दिता सी कि तैनूं कोई फायदा नहीं। उस विद्यार्थी ने कहा कि तुहानूं फायदा है, मैनूं नहीं। मास्टर जी ने कहा हाँ, मैनूं फायदा है, तैनूं नहीं, क्योंकि तू सोचता है कि जे कड़ा पा लवें तो शायद इम्तिहान विचों पास हो जाएगा, कोई होर काम बन जाएगा या कोई होर फायदा हो जाएगा। पर यह सब कुछ नहीं होवेगा। पर मैं ये कड़ा ये सोच के पांदा हाँ कि जिसने भी ये कड़ा पाया सी, उसका बंद बंद कट्टिया गया, उसकी खोपरी उतार दी गई, उसनूं चरखड़ियां ते चाढ़ दिता गया, उसनूं देगा विच उबाल दिता गया। मेरे लिए ये अपने प्रीतम तो आपा वारन की याद दिवांदा है। फायदे की गल ही एक पासे है, जेकर सारा कुछ वार के भी सिक्खी की दात प्राप्त हो जाए तो याद रख महंगी नहीं। गुरु नूं समर्पित सिख केस उतरवाण नालों सिर लवा लैण नूं तरजीह दिंदा सी। सो जेकर कड़े दे फायदे नुकसान ही वेखणे हन, इस दी रगड़ तो बाहां नूं बिजली मिलती है, जेकर ये कहना है तो फिर हत्थां पैरां विच दर्जन दर्जन कड़े पा लेने चाहिए हैं। भावें कि सेहत विग्यान के माहिर ये पक्के तौर पर साबित कर चुके हैं
ਕਿ ਕੇਸ ਰੱਖਣੇ ਚੰਗੀ ਸਿਹਤ ਲਈ ਜ਼ਰੂਰੀ ਹੈ ਅਤੇ ਇਹਨਾਂ ਦਾ ਕਟਵਾਉਣਾ ਕਈ ਬਿਮਾਰੀਆਂ ਅਤੇ ਅਲਾਮਤਾਂ ਨੂੰ ਸੱਦਾ ਦਿੰਦਾ ਹੈ। ਪਰ ਸਾਨੂੰ ਫਾਇਦੇ ਨੁਕਸਾਨ ਨਾਲ ਗਰਜ਼ ਨਹੀਂ। ਅਸੀਂ ਕੇਸਾਂ ਨੂੰ ਨਿਭਾਉਣਾ ਹੈ ਗੁਰੂ ਦਾ ਹੁਕਮ ਮੰਨ ਕੇ। ਜੇਕਰ ਕੇਸਾਂ ਨੂੰ ਇਸ ਲਈ ਰੱਖਣ ਦੀ ਗੱਲ ਕੀਤੀ ਜਾਵੇ ਕਿ ਇਸ 'ਚੋਂ ਵਿਟਾਮਿਨ ਡੀ ਮਿਲਦਾ ਹੈ ਤਾਂ ਫਿਰ ਸਿੱਧੇ ਤੌਰ 'ਤੇ ਵਿਟਾਮਿਨ ਡੀ ਦੀਆਂ ਗੋਲੀਆਂ ਖਾ ਲੈਣ ਵਿੱਚ ਕੋਈ ਹਰਜ ਨਹੀਂ। ਜੇਕਰ ਕੇਵਲ ਸਿਹਤ ਦਾ ਹੀ ਮਾਰੂ ਪੱਖ ਹੋਣਾ ਹੈ, ਭਾਰੂ ਹੋਣਾ ਹੈ, ਤਾਂ ਫਿਰ 1-ਅੱਧਾ ਇੰਚ ਵਾਲ ਕਟਾਉਣ ਵਿੱਚ ਕੀ ਅਰਜ਼ ਹੈ। ਸੋ ਹਰ ਗੱਲ ਵਿੱਚ ਫਾਇਦੇ ਨੁਕਸਾਨ ਦੀ ਗੱਲ ਸਹੀ ਨਹੀਂ ਹੁੰਦੀ। ਕਿਸੇ ਨੇ ਢਾਡੀ ਦਇਆ ਸਿੰਘ ਦਿਲਬਰ ਨੂੰ ਪੁੱਛਿਆ ਸੀ ਕਿ ਕੇਸ ਰੱਖਣ ਦਾ ਕੀ ਫਾਇਦਾ, ਗੁਰਦੁਆਰੇ ਜਾਣ ਦਾ ਕੀ ਫਾਇਦਾ, ਅੰਮ੍ਰਿਤ ਛਕਣ ਦਾ ਕੀ ਫਾਇਦਾ, ਨਿਤਨੇਮ ਕਰਨ ਦਾ ਕੀ ਫਾਇਦਾ। ਦਿਲਬਰ ਜੀ ਨੇ ਜਵਾਬ ਦਿੱਤਾ ਸੀ, ਤੇਰੇ ਜੰਮਣ ਦਾ ਹੀ ਕੀ ਫਾਇਦਾ। ਸਿੱਖ ਸ਼ਬਦ ਕਿਤਨਾ ਪਿਆਰਾ ਹੈ। ਇਹ ਗੁਰੂ ਜੀ ਦਾ ਇੱਕ ਹੁਕਮ ਹੈ ਕਿ ਤੂੰ ਸਿੱਖ, ਪਰ ਇੱਥੇ ਆ ਕੇ ਸਿੱਖਣ ਦੀ ਬਜਾਏ ਤੂੰ ਦਲੀਲਾਂ ਅਤੇ ਹੁਜਤਾਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ। ਇਤਨਾ ਹੀ ਨਹੀਂ, ਨਿਗੂਣੀਆਂ ਸਭਾ ਸੁਸਾਇਟੀਆਂ ਅਤੇ ਕਲੱਬਾਂ ਆਦਿ ਦੀ ਮੈਂਬਰਸ਼ਿਪ ਲਈ ਤਾਂ ਤੂੰ ਅੱਖਾਂ ਬੰਦ ਕਰਕੇ ਦਸਖਤ ਕਰਦਾ ਹੈ ਕਿ ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੌਜੂਦਾ ਅਤੇ ਅੱਗੋਂ ਬਣਨ ਵਾਲੇ ਸਾਰੇ ਹੁਕਮ ਅਤੇ ਨਿਯਮ ਮੰਨਾਂਗਾ। ਰੇ ਮੂੜੇ, लाहे को तो टीला टीला तोटे को बेगता आया। चंदा देते हैं मस्जिद में, शराब पीते हैं मैखाने में, खुदा भी राज़ी रहे शैतान भी नाराज़ ना हो। भाई साहब भाई नंद लाल जी गुरचरना दे पौरे जिन्हां दी तस्वीर दित्ती जा रही है, वो कहते हैं कि एक दफ़ा मैं गुरु गोबिंद सिंह जी नूं कह बैठा कि मैं अपनी जान हाज़र करदा हाँ, मेरे ते अपनी नज़र करो। गुरु कलगीधर पिता जी ने उस वेले कहा कि इत्थे सौदेबाजी नहीं हुंदी। गुफ्तम के जांद हम ब इफ्ज़े निगाहे तू, गुफ्ता में आने माऊ तू सौदा नमी शबद। सो मेरे मित्र, फ़ायदे नुकसान वाले बाणियां बिरती दे सवाल ना पुछ। याद रखी कि जो तो प्रेम खेलन का चाओ, सिर तर तली गली मेरी आओ। ये गुरु नानक देव जी का वचन है। पहला मरण कबूल जीवन की छड़ आस, हो सबना की रेणका तो आओ हमारे पास। ये गुरु अर्जन देव जी का हुक्म है। सूरा सो पहचानिए जो लरे दीन के हेत, पुरजा पुरजा कट मरै कबहू ना छाड़ै खेत। ये कबीर साहब जी की बाणी है। वाट हमारी खरी उडीणी, खनियो तिखी बहुत पीणी, उस ऊपर है मार्ग मेरा, सेख फरीदा पंथ समार सवेरा। ये बाबा फरीद जी का वचन है। केस तां कलगीधर पिता की दात हन, उन्हां दी बख्शिश उन्हां दा तोहफा हन। कि तू किसी अजीज़, किसी बजुर्ग, किसी प्यारे की भेंट की हुई वस्तु का बाजार चों मुल लवांदा है, या फिर वेखदा है कि इसकी लोड़ है तां रखा, नहीं तो वापस कर दियां जां सुट दियां। कि सारे संसार विच बजुर्गां दीयां निशानियां, अजायब घरां विच पईयां पुराणियां वस्तां जो अज दे समय विच किसी काम नहीं आ सकदियां, सब सुट देणियां चाहीदियां हन। बर्लिन की टाई हुई दीवार के टुकड़े उन्हां लोकां ने लैमीनेट करा के सांभ लए हन ਅਤੇ ਉਹਨਾਂ ਲਈ ਉਹ ਬੇਸ਼ਕੀਮਤੀ ਤੋਹਫੇ ਹਨ। ਆਪਰੇਸ਼ਨ ਬਲੂ ਸਟਾਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਰੇ ਆਤਿਸ਼ ਅਗਨ ਪੇਟ ਹੋਏ ਸਾਮਾਨ ਦੀ ਸਵਾਹ ਅਤੇ ਟੁਕੜੇ ਸਿੱਖਾਂ ਨੇ ਸੀਨੇ ਨਾਲ ਸਾਂਭ ਕੇ ਰੱਖੇ ਹੋਏ ਹਨ। ਤੂੰ ਉਸ ਦੀ ਕੀਮਤ ਲਾਣੀ ਚਾਹੁੰਦਾ ਹੈ ਜਾਂ ਉਸ ਵਿੱਚੋਂ ਵੀ ਫਾਇਦਾ ਲੱਭਦਾ ਹੈ? ਕੀ ਕਿਸੇ ਬਖਸ਼ਿਸ਼ ਜਾਂ ਤੋਹਫੇ ਦੀ ਕੀਮਤ ਲਗਾਣੀ ਜਾਂ ਉਸ ਦੇ ਫਾਇਦੇ ਨੁਕਸਾਨ ਤੇ ਪਰਖਣ ਦੀ ਕੋਸ਼ਿਸ਼ ਕਰਨੀ ਪਿਆਰੇ ਦੇ ਸ਼ੀਸ਼ੇ ਤੇ ਵੱਟਾ ਮਾਰਨ ਦੇ ਤੁਲ ਨਹੀਂ। ਇੱਕ ਗੱਲ ਤੇਰਾ ਉਚੇਚਾ ਧਿਆਨ ਮੰਗਦੀ ਹੈ। ਜਿਵੇਂ ਮੈਂ ਤੈਨੂੰ ਹੁਣੇ ਦੱਸਿਆ ਹੈ, ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ ਕਿ ਜੇ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਅਤੇ ਤੂੰ ਮੇਰੀ ਇਸ ਗਲੀ ਵਿੱਚ ਆਉਣਾ ਚਾਹੁੰਦਾ ਹੈ ਤਾਂ ਮੁਬਾਰਕ ਹੈ, ਪਰ ਇਸ ਗਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੈਨੂੰ ਆਪਣਾ ਸਿਰ ਹਥੇਲੀ ਤੇ ਰੱਖਣਾ ਪੈਣਾ। ਸਾਹਿਬਾਂ ਦੇ ਬਚਨ ਹਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਚੈ। ਲੱਗਦਾ ਹੈ ਗੁਰੂ ਨਾਨਕ ਸਾਹਿਬ ਬਾਰੇ ਤੇਰੇ ਮਨ ਵਿੱਚ ਉਕਰੇ ਚਿੱਤਰ ਵਿੱਚ ਇਹ ਗੱਲ ਸਮਾ ਨਹੀਂ ਰਹੀ। ਭਾਈ ਗੁਰਦਾਸ ਜੀ ਨੇ ਵੀ ਫਰਮਾਇਆ ਹੈ ਕਿ ਖੰਡੇ ਤਾਰ ਗਲੀ ਅਤ ਭੀੜੀ, ਯਾਨੀ ਕਿ ਆਸ਼ਕਾਂ ਦੀ ਇਹ ਗਲੀ ਖੰਡੇ ਦੀ ਤਾਰ ਤੋਂ ਵੀ ਤਿੱਖੀ ਅਤੇ ਭੀੜੀ ਹੈ। ਪ੍ਰੀਤਮ ਦੀ ਇਹ ਗਲੀ
रब रत्ते सच्चे आशिकां दी गली है। ये दलील बाज़ां जां होछे ते नकली मजनूआं दी गली भी नहीं। इत्थे इश्क सिर दी कीमत दे के सिरे चढ़दा है। मैं मन तन अरब धरियो गुर आगे, सिर वेच लियो मुल महगा। पर गुरमत दे इस मार्ग ते जेकर कोई सिदक दिली नाल कदम रख लवे तां फिर वो हमेशा हमेशा लई इत्थे दा ही हो जाता है। कलगियां वाले कलगी वाले तेरे दरबार अंदर, ना इतवार छुट्टी ना दिन दिहार छुट्टी। मकतबे इश्क के अंदाज निराले देखे, उसे छुट्टी ना मिली जिसे सबक याद हुआ। शरदा विहीन हिकमत हुज्जत बन के पंडिताई नूं भी मूर्खता विच तब्दील कर दिंदी है। मूर्ख पंडित हिकमत हुज्जत संजे करे प्यार। ये तां अनुभव प्रकाश नाल सराबार होए पंज प्यारियां दी गली है, जो अपना आप गुरु विच जज़ब करन दी लोचा लैके इस दे राह ते तुरे हन। कबीर कसौटी राम की, झूठा टिके ना कोए, राम कसौटी सो सहे जो मर जीवा होए। गुरु गोबिंद सिंह साहब जी ने भी हुक्म किया है, साच कहो सुन लेहो सबै, जिन प्रेम कियो तिन ही प्रभ पायो। जिस रब नाल जोड़न वाले इश्के हकीकी दी गल गुरु नानक साहब ने शुरू करके आशिकां नूं अपने महबूब नूं मिलण दी जुगती दसी सी कि अपना सिर हथेली ते रख के लैके आओ। गुरु गोबिंद सिंह जी महाराज ने केसगढ़ साहब दी पावन धरती ते पंज सिरां दी मंग करके इसे असूल बारे अमली परचा पाया सी। जिहड़े इस परचे विच पास हो गए, कलगियां वाले महबूब ने उन्हां नूं आशिक प्यारे कह के अपने गल नाल ला लिया। उन्हां दी जोत, उन्हां दी जात जोत नाल मिल गई, द्वैत एक रूप हो गए, संपूर्णता हो गई, इश्क सिरे चढ़ गया। भाई नंद लाल जी फरमाते हैं कि लैला मजनू की गाथा तू किसी सिर फिरे दिल वाले नूं ना दसी, क्योंकि इन्हां दी हालत मेरे वर्गे दीवाने दी ही समझ विच आ सकती है। मगो अज हाले लैला रा दिल शोरीदा ए गोया, कि शराह किस्सा ए मजनू मरा दीवाना मी साजद। दरअसल इश्क दे राह ते तुरन दा दस्तूर है कि जे सही मैने विच महबूब नूं दिल पेट हो गया तां फिर सिर देना तां महज एक रस्म ही बाकी रह जाती है। जिवें अली सरदार जाफरी ने भी कहा कि आशिकां दी कतलगाह दा दस्तूर है कि महबूब नूं सिर पेट करन तो पहलां अपना दिल देना पैंदा है। मकतले इश्क के अंदाज निराले हैं बहुत, दिल भी कातिल को दिया करते हैं सर से पहले। हुण जदों गुरु नानक साहब गुरु गोबिंद सिंह साहब ये शर्त रख रहे हैं कि जे तू मैनू सचमुच ही प्यार करन दा दावा करदा है तां फिर अपना सिर हथेली ते रख के आ। गुरु नूं मत्था टेकण दा यही अर्थ हुंदा है कि मैं अपना सिर पेट कर रहा हाँ। जेकर सिर ही गुरु दा हो गया तां की कदे सोचिया जा सकदा है कि सिर पेट करन तो पहलां उसनूं उस्तरे नाल साफ करके मुन दिता जाए। इहो जिहा हजामत कीता होया सिर गुरु नूं पेट करना कि गुरु नाल मजाक जां गुरु पातशाह दी निरादरी नहीं। इतिहास इस गल दी गवाही दिंदा है कि जिन्हां ने भी गुरु नाल प्यार कीता उन्होंने तन मन धन सब गुरु नूं सौंप के उसका हुक्म मन के उसनूं पाया है। पर एक गल स्पष्ट है कि परवाने बाद विच सड़े हैं। गुरु जोत ने पहलों जहांगीर दी देग, तत्ती तवी अते औरंगजेब दी तलवार थले अपना सिर दिता है। क्षमा भी कम नहीं कुछ इश्क में परवाने से जान देता है, अगर वो तो ये सर देती है। एक होर बिंबात्मक पर प्रेरणादायक साखी मैं तेरे नाल सांझी करनी चाहांगा। बाबा फरीद जी पाक पट्टन जांदियां जदों पंजाब विचों लंघे तां फरीदकोट दे मुकाम ते उन्हां दे मन विच ख्याल आया कि मेरे फकीरां वाले चोले नूं लोक तां करके नमस्कार करदे ते चुमदे हन क्योंकि मैं इस नूं धारण कीता होया है। पर किसी ने विचार दिता कि फकीरां दा बाणा बाबा फरीद दे तन ते है, इसलिए इन्हां दी इज्जत हुंदी है। बाबा फरीद ने उस वेले वो चोला ला के लीरो लीर करके सुट दिता। उत्थे खेड रहे बच्चियां ने उन्हां लीरां दी खिद्दो गेंद बना के उसनूं ठुड्डे मारने शुरू कर दिते। बाबा जी ये वेख के मुस्कुरा पे कि इस चोले की असलीयत ये सी। इतने नूं हाकम नूं कुछ मजदूर चाहिए सन, सो साधारण कपड़ियां विच घुम रहे बाबा फरीद जी नूं उन्हां ने भी 2 डंडे जड़ दिते ते नाल ही टोकरी भी सिर ते चुका दिती।
ਬਾਬਾ ਜੀ ਇਸ ਤੋਂ ਬਾਅਦ ਲੰਬੀ ਸੋਚ ਵਿੱਚ ਚਲੇ ਗਏ ਕਿ ਮੇਰੇ ਕਰਕੇ ਇਸ ਦੀ ਇੱਜ਼ਤ ਸੀ ਅਤੇ ਇਸ ਦੇ ਕਰਕੇ ਮੇਰੀ, ਯਾਨੀ ਕਿ ਬਾਣੇ ਕਰਕੇ ਬਾਣੀ ਅਤੇ ਬਾਣੇ ਕਰਕੇ ਬਾਣੇ ਦੀ ਸੋਭਾ ਹੈ। ਇਸੇ ਲਈ ਤਾਂ ਹਰ ਸਿੱਖ ਬਿਰਧ ਬਾਣੇ ਦੀ ਲਾਜ ਰੱਖਣ ਦੀ ਅਰਦਾਸ ਨੇਤਾ ਪ੍ਰਤ ਕਰਦਾ ਹੈ। ਗੁਰੂ ਅਰਜਨ ਪਾਤਸ਼ਾਹ ਉਹਨਾਂ ਨੇ ਇੱਕ ਕਮਾਲ ਦੀ ਅਰਦਾਸ ਸਤਿਗੁਰੂ ਅੱਗੇ, ਵਾਹਿਗੁਰੂ ਅੱਗੇ ਕੀਤੀ ਹੈ। ਹੇ ਕਰਤਾ ਪੁਰਖ, ਨਾ ਤਾਂ ਮੈਨੂੰ ਕਰਮ ਹੀ ਆਉਂਦਾ ਹੈ, ਨਾ ਮੈਨੂੰ ਧਰਮ ਦੀ ਹੀ ਸੋਝੀ ਹੈ। ਮੈਂ ਲੋਭੀ ਅਤੇ ਮਾਇਆਧਾਰੀ ਵੀ ਹਾਂ, ਪਰ ਲੋਕਾਂ ਵਿੱਚ ਮਸ਼ਹੂਰ ਹੋ ਗਿਆ ਹਾਂ ਕਿ ਮੈਂ ਤੇਰਾ ਭਗਤ ਹਾਂ। ਸੋ ਹੇ ਅਕਾਲ ਪੁਰਖ, ਹੁਣ ਮੇਰੀ ਨਹੀਂ ਬਲਕਿ ਤੇਰੀ ਇੱਜ਼ਤ ਦਾ ਸਵਾਲ ਹੈ। ਤੂੰ ਹੁਣ ਆਪਣੀ ਪੈਜ ਆਪ ਹੀ ਰੱਖ ਲੈ। ਸਾਹਿਬਾਂ ਨੇ ਆਪਣੀ ਪੈਜ ਦੀ ਗੱਲ ਨਹੀਂ ਕੀਤੀ, ਬਲਕਿ ਅਕਾਲ ਪੁਰਖ ਦੇ ਪੈਜ ਦੀ ਗੱਲ ਕੀਤੀ ਹੈ। ਕਰਤਾ ਪੁਰਖ ਬਿਰਧ ਬਾਣੇ ਦੀ ਲਾਜ ਰੱਖਦਾ ਹੈ। ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਸੋ ਗੱਲ ਬੜੀ ਸਾਫ਼ ਹੈ, ਅਸੀਂ ਗੁਰੂ ਜੋਗੇ ਹੋ ਜਾਈਏ, ਉਹ ਹਲਤ ਪਲਤ ਸਹਾਈ ਹੋਵੇਗਾ। ਜਿਸ ਤਰ੍ਹਾਂ ਉਸਨੇ ਭਾਈ ਜੋਗਾ ਸਿੰਘ ਜੀ ਦੇ ਬਿਰਧ ਬਾਣੇ ਦੀ ਲਾਜ ਰੱਖੀ ਸੀ। ਮੁਕਤਸਰ ਦਾ ਸੁਆਮੀ ਤਾਂ ਸਾਡਾ ਬੇਦਾਵਾ ਪਾੜਨ ਲਈ ਬੇਤਾਬ ਹੈ, ਢਿੱਲ ਕੇਵਲ ਸਾਡੇ ਵੱਲੋਂ ਹੀ ਹੈ। ਕਲਗੀਧਰ ਪਿਤਾ ਦੀ ਇਸ ਦਾਤ, ਕੇਸਾਂ ਪ੍ਰਤੀ ਤੜਪ ਅਤੇ ਟੁੱਟੀ ਗੰਢਣਹਾਰ ਪ੍ਰੀਤਮ ਕੋਲੋਂ ਆਪਣੀ ਭੁੱਲ ਬਖਸ਼ਾਣ ਦੀ ਹੇਠ ਲਿਖੀ ਚਿੱਠੀ ਅਤੇ ਵਾਰਤਾ ਧਿਆਨ ਮੰਗਦੀ ਹੈ। ਸਿੱਖ ਰਾਜ ਦੀ ਸਮਾਪਤੀ ਉਪਰੰਤ ਮਹਾਰਾਜਾ ਦਲੀਪ ਸਿੰਘ ਕੇਵਲ 9 ਵਰ੍ਹਿਆਂ ਦੇ ਹੀ ਸਨ ਜਦੋਂ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਉਹਨਾਂ ਨੂੰ ਆਪਣੀ ਹਿਫਾਜ਼ਤ ਵਿੱਚ ਲੈ ਲਿਆ। ਮਹਾਰਾਜਾ ਸਾਹਿਬ ਦੇ ਸਾਰੇ ਅਹਿਲਕਾਰਾਂ ਅਤੇ ਉਹਨਾਂ ਦੇ ਗ੍ਰੰਥੀਆਂ ਤੋਂ ਵੱਖ ਕਰਕੇ ਉਹਨਾਂ ਦੇ ਇੱਕ ਮੁਸਲਮਾਨ ਅਹਿਲਕਾਰ ਮੀਆਂ ਖੇਮਾ ਦੇ ਨਾਲ ਉਹਨਾਂ ਨੂੰ ਕਲਕੱਤੇ ਲੈ ਆਂਦਾ ਗਿਆ। ਪਰ ਮੀਆਂ ਖੇਮਾ ਵੀ ਕੁਝ ਸਮਾਂ ਬਾਅਦ ਲਾਹੌਰ ਪਰਤ ਗਿਆ। ਉਸ ਦੀ ਥਾਵੇਂ ਅਮਰੀਕਨ ਮਿਸ਼ਨ ਸਕੂਲ ਦੇ ਪੜ੍ਹੇ ਹੋਏ ਅਤੇ ਫਰੂਖਾਬਾਦ ਦੇ ਵਾਸੀ ਪੰਡਤ ਭਜਨ ਲਾਲ ਨੂੰ ਅਹਿਲਕਾਰ ਲਗਾਇਆ ਗਿਆ। ਇਹ ਅਹਿਲਕਾਰ ਮਹਾਰਾਜਾ ਦਲੀਪ ਸਿੰਘ ਨੂੰ ਬਾਈਬਲ ਪੜ੍ਹ ਕੇ ਸੁਣਾਇਆ ਕਰਦਾ ਸੀ। ਅਖੀਰ 8 ਮਾਰਚ 1853 ਨੂੰ ਕਲਕੱਤਾ ਵਿੱਚ ਇੱਕ ਸਮਾਗਮ ਕਰਕੇ ਕਲਕੱਤਾ ਦੇ ਬਿਸ਼ਪ ਡਾਕਟਰ ਵਿਲਸਨ ਅਤੇ ਚੈਪਲਨ ਦੇ ਪਾਦਰੀ WJJ ਦੀ ਅਗਵਾਈ ਵਿੱਚ ਸਿੱਖ ਰਾਜ ਦੇ ਇਸ ਅਖੀਰਲੇ ਚਿਰਾਗ ਨੂੰ ਈਸਾਈ ਬਣਾ ਦਿੱਤਾ ਗਿਆ। ਪਰ ਹਾਲੇ ਵੀ ਮਹਾਰਾਜੇ ਦੇ ਕੇਸ ਨਹੀਂ ਸਨ ਕਤਲ ਕੀਤੇ ਗਏ। ਡਲਹੌਜ਼ੀ ਲੌਗਿਨ, ਲੇਡੀ ਲੌਗਿਨ ਨੇ ਲਿਖਿਆ ਹੈ ਕਿ ਇਹ ਸਮਾਗਮ ਕਾਫੀ ਗਮਗੀਨ ਸੀ ਅਤੇ ਉੱਥੇ ਹਾਜ਼ਰ ਕੁਝ ਪੰਜਾਬੀਆਂ ਦੇ ਚਿਹਰੇ 'ਤੇ ਉਦਾਸੀ ਪ੍ਰਤੱਖ ਝਲਕ ਰਹੀ ਸੀ। ਇਸ ਦੇ 1 ਸਾਲ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਕੇਸ ਕਤਲ ਕਰਕੇ ਗੁਰੂ ਨਾਨਕ ਨਾਲੋਂ ਉਹਨਾਂ ਦਾ ਰਿਸ਼ਤਾ ਤੋੜ ਦਿੱਤਾ ਗਿਆ। ਕਿਤਨਾ ਸਿੱਧਾ ਸਪਸ਼ਟੀਕਰਨ ਦਿੱਤਾ ਹੈ ਇਸ ਫਿਰੰਗੀ ਲਿਖਾਰੀ ਨੇ ਕਿ ਸਿੱਖ ਦੇ ਕੇਸ ਕੱਟ ਦੇਣ ਦੇ ਨਾਲ ਉਸ ਦਾ ਰਿਸ਼ਤਾ ਗੁਰੂ ਨਾਲੋਂ ਟੁੱਟ ਜਾਂਦਾ ਹੈ। ਇਸ ਬਾਰੇ ਲੇਡੀ ਲੌਗਿਨ ਨੇ ਆਪਣੀ ਪੁਸਤਕ ਲੇਡੀ ਲੌਗਿਨਸ ਰੀਕਲੈਕਸ਼ਨ ਉਸ ਦੇ ਵਿੱਚ ਲਿਖਿਆ ਹੈ, He had been long anxious to show that he was no longer a follower of Nanak, the Sikh prophet, by cutting off the long trusses of hair which he, in common with all Sikhs, wore twisted up into a knot above the forehead and covered with the bright-colored under turban. ਮਹਾਰਾਜਾ ਦਲੀਪ ਸਿੰਘ ਕਾਫੀ ਚਿਰ ਤੋਂ ਜ਼ਾਹਿਰ ਕਰਨ ਲਈ ਉਤਾਵਲਾ ਸੀ ਕਿ ਉਹ ਹੁਣ ਆਪਣੇ ਪੈਗੰਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਨਹੀਂ ਸੀ ਰਿਹਾ। ਇਸ ਲਈ ਉਸਨੇ ਆਪਣੇ ਲੰਬੇ ਕੇਸ, ਜਿਨ੍ਹਾਂ ਨੂੰ ਕਿ ਉਹ ਬਾਕੀ ਸਿੱਖਾਂ ਦੀ ਤਰ੍ਹਾਂ ਸਿਰ 'ਤੇ ਜੂੜਾ ਕਰਕੇ ਸੁਰਖ ਰੰਗ ਦੀ ਦਸਤਾਰ ਨਾਲ ਢੱਕ ਕੇ ਰੱਖਦਾ ਸੀ, ਕੱਟ ਦਿੱਤੇ ਗਏ। ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ, ਜੋ ਉੱਤਰ ਪ੍ਰਦੇਸ਼ ਦੇ ਚਿਨਾਰ ਕਿਲੇ ਦੀ ਕੈਦ ਅਤੇ ਉੱਥੋਂ ਭੱਜ ਕੇ ਦਰਬਦਰ ਹੋ ਅੰਗਰੇਜ਼ ਦੀ ਕੁਟਲ ਨੀਤੀ ਕਾਰਨ ਆਪਣੀਆਂ ਅੱਖਾਂ ਦੀ ਰੋਸ਼ਨੀ ਵੀ ਗਵਾ ਚੁੱਕੀ ਸੀ, ਨੂੰ ਜਦੋਂ ਈਸਾਈ ਬਣੇ ਹੋਏ ਆਪਣੇ ਪੁੱਤਰ ਨਾਲ ਮਿਲਵਾਇਆ ਗਿਆ, ਮਾਂ ਨੇ ਜਦੋਂ ਆਪਣੇ ਬੱਚੇ ਦੇ ਸਿਰ 'ਤੇ ਹੱਥ ਫੇਰਿਆ ਤਾਂ ਨਾ ਦਸਤਾਰ ਅਤੇ ਨਾ ਹੀ ਗੁਰੂ ਦੀ ਬਖਸ਼ਿਸ਼ ਕੇਸ। ਇਹ ਮਹਿਸੂਸ ਕਰਕੇ ਮਾਤਾ ਦੀਆਂ ਪੱਬਾਂ ਨਿਕਲ ਗਈਆਂ। ਅਸਹਿ ਅਤੇ ਅਕਹਿ ਕਸ਼ਟ, ਤਕਲੀਫਾਂ, ਪੀੜਾਂ, ਸਾਜ਼ਿਸ਼ਾਂ ਅਤੇ ਝੂਠੀਆਂ ਤੋਹਮਤਾਂ ਜੋ ਇਸ ਸੂਰਬੀਰ ਸਿੱਖ ਬੀਬੀ ਸਿੰਘਣੀ ਦੀ ਦ੍ਰਿੜਤਾ ਤੇ ਹੌਸਲਾ ਨਾ ਡੁਲਾ ਸਕੇ, ਉਸ ਲਈ ਅੱਜ ਸਭ ਕੁਝ ਖਤਮ ਹੋ ਗਿਆ। ਉਹ ਟੁੱਟ ਗਈ, ਪਰ ਮਾਂ ਦੀ ਮਮਤਾ ਨੇ ਦਲੀਪ ਸਿੰਘ ਨੂੰ ਹਿਲਾ ਦਿੱਤਾ। ਦਲੀਪ ਸਿੰਘ ਨੇ ਮਾਂ ਨੂੰ ਕਿਹਾ, ਮਾਂ, ਮੈਂ ਤੇਰਾ ਸੁਹਾਗ ਵਾਪਸ ਨਹੀਂ ਦਿਵਾ ਸਕਦਾ, ਮੈਂ ਤੇਰਾ ਰਾਜ ਵਾਪਸ ਨਹੀਂ ਦਿਵਾ ਸਕਦਾ, ਮੈਂ ਤੇਰੀਆਂ ਖੁਸ਼ੀਆਂ ਵੀ ਨਹੀਂ ਮੋੜ ਸਕਦਾ,
ਮੈਂ ਹੋਰ ਸਾਰੇ ਹੋਏ ਨੁਕਸਾਨ ਦੀ ਪੂਰਤੀ ਵੀ ਨਹੀਂ ਕਰ ਸਕਦਾ, ਪਰ ਗੁਰੂ ਕਿਰਪਾ ਕਰੇਗਾ ਅਤੇ ਜੇਕਰ ਪੰਥ ਮੈਨੂੰ ਬਖਸ਼ ਲਵੇ, ਮੈਂ ਕਲਗੀਧਰ ਪਿਤਾ ਨੂੰ ਦਿੱਤਾ ਆਪਣਾ ਇਹ ਬੇਦਾਵਾ ਜ਼ਰੂਰ ਪੜਵਾਉਣ ਦੀ ਕੋਸ਼ਿਸ਼ ਕਰਾਂਗਾ। ਇਸ ਪਿਛੋਕੜ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਲੰਡਨ ਤੋਂ ਪੰਜਾਬ ਵਿੱਚ ਆਪਣੇ ਕਰੀਬੀ ਰਿਸ਼ਤੇਦਾਰ ਨੂੰ 9 ਮਾਰਚ 1886 ਨੂੰ ਇੱਕ ਖੱਤ ਵਿੱਚ ਲਿਖਿਆ